ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚੇ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲੀ ਕਵਿਤਾ ਕਰਨ ਜਾ ਰਹੇ ਹਾਂ। ਉਹ ਹੈ 12ਵੀਂ ਕਲਾਸ ਦੀ ਕਵਿਤਾ ਚਿੜੀਆਂ ਦਾ ਚੰਬਾ, ਜੋ ਕਿ ਲਿਖੀ ਕਿਸ ਦੀ ਹੋਈ ਹੈ? ਪਾਸ਼ ਦੀ। ਇਸ ਕਵਿਤਾ ਵਿੱਚ ਕਵੀ ਨੇ ਜਿਹੜਾ ਪੰਜਾਬ ਦਾ ਲੋਕ ਗੀਤ ਹੈ ਕੁੜੀ ਦੇ ਵਿਆਹ ਦੇ ਸਮੇਂ ਗਾਇਆ ਜਾਂਦਾ ਨਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਉਸ ਨੂੰ ਆਧਾਰ ਲੈ ਕੇ ਕਵਿਤਾ ਲਿਖੀ ਹੈ। ਲੇਕਿਨ ਇਸ ਕਵਿਤਾ ਵਿੱਚ ਕਵੀ ਨੇ ਗੱਲ ਕੀਤੀ ਹੈ ਗਰੀਬ ਘਰ ਵਿੱਚ ਪੈਦਾ ਹੋਈ ਕੁੜੀਆਂ ਦੀ, ਉਹਨਾਂ ਕੁੜੀਆਂ ਦੀ ਜਿਨ੍ਹਾਂ ਨੂੰ ਕਿ ਵਿਆਹ ਤੋਂ ਪਹਿਲਾਂ ਵੀ ਨਹੀਂ ਕੋਈ ਸੁੱਖ ਮਿਲਿਆ ਆਰਥਿਕ ਮੰਦਹਾਲੀ ਕਰਕੇ, ਔਰ ਬਾਅਦ ਵਿੱਚ ਵਿਆਹ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲਦਾ, ਤਾਂ ਇੱਧਰ ਉੱਧਰ ਸਾਰੀ ਉਮਰ ਜਿਹੜਾ ਕਿ ਮਜ਼ਦੂਰੀ ਵਿੱਚ ਹੀ ਗਵਾ ਦਿੰਦੀਆਂ ਹਨ। ਸੋ ਅੱਜ ਅਸੀਂ ਇਸ ਕਵਿਤਾ ਦਾ ਅਧਿਐਨ ਕਰਾਂਗੇ, ਚਿੜੀਆਂ ਦਾ ਚੰਬਾ, ਲਿਖੀ ਹੋਈ ਪਾਸ਼ ਦੀ। ਸੋ ਇਹ ਹੈ ਕਵਿਤਾ ਚਿੜੀਆਂ ਦਾ ਚੰਬਾ, 12ਵੀਂ ਕਲਾਸ ਦੀ ਲਿਖੀ ਹੋਈ ਪਾਸ਼ ਦੀ। ਇਸ ਵਿੱਚ ਪਹਿਲੇ ਪੈਰੇ ਵਿੱਚ ਕਵੀ ਕਹਿ ਰਿਹਾ ਹੈ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ, ਕਿ ਗਰੀਬ ਘਰ ਦੀ ਕੁੜੀਆਂ ਦਾ ਜਿਹੜਾ ਸਮੂਹ ਹੈ ਉੱਡ ਕੇ ਕਿਤੇ ਨਹੀਂ ਜਾਏਗਾ, ਅਰਥਾਤ ਇਹਨਾਂ ਦਾ ਕਿਤੇ ਵਿਆਹ ਨਹੀਂ ਹੋਏਗਾ, ਕਿਤੇ ਨਹੀਂ ਜਾਣਗੀਆਂ। ਇੱਥੇ ਹੀ ਕਿਤੇ ਉਰੇ ਪੁਰੇ ਬੰਨਿਆਂ 'ਤੇ ਘਾਹ ਖੋਤੇਗੇ। ਘਾਹ ਖੋਤਣਾ ਮਤਲਬ ਖੇਤਾਂ 'ਚ ਮਜ਼ਦੂਰੀ ਕਰਨ ਤੋਂ ਲਿਆ ਗਿਆ ਹੈ, ਕਿ ਇਹ ਸਾਰੀ ਉਮਰ ਇਸ ਤਰ੍ਹਾਂ ਹੀ ਖੇਤਾਂ ਵਿੱਚ ਮਜ਼ਦੂਰੀ, ਦੂਜਿਆਂ ਦੀ ਜ਼ਮੀਨ 'ਤੇ ਜਾ ਕੇ ਕੰਮ ਕਰਦੀਆਂ ਰਹਿਣਗੀਆਂ। ਰੁੱਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ। ਰੁੱਖੀਆਂ ਮਿੱਸੀਆਂ ਮਤਲਬ ਆਪਣੇ ਪਿਤਾ ਦੀਆਂ, ਆਪਣੇ ਭਰਾ ਦੀਆਂ, ਜਿੱਥੇ ਉਹ ਕੰਮ ਕਰਦੇ ਉਹਨਾਂ ਵਾਸਤੇ ਰੋਟੀ ਲੈ ਕੇ ਜਾਇਆ ਕਰਨਗੀਆਂ, ਰੁੱਖੀ ਮਿੱਸੀ, ਕਿਉਂਕਿ ਗਰੀਬੀ ਕਰਕੇ। ਅਤੇ ਮੈਲੀਆਂ ਚੁੰਨੀਆਂ ਭਿਉਂ ਕੇ, ਅਤੇ ਆਪਣੀਆਂ ਜਿਹੜੀਆਂ ਚੁੰਨੀਆਂ ਉਹਨਾਂ ਦੀ ਕਿ ਮੈਲੀਆਂ ਹੋ ਚੁੱਕੀਆਂ ਨੇ, ਮੰਦਹਾਲੀ, ਆਰਥਿਕ ਮੰਦਹਾਲੀ ਦੱਸ ਰਹੀ ਹੈ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਵੱਧ ਤੋਂ ਵੱਧ ਕੱਪੜਾ ਜਿਹੜਾ ਕਿ ਖਰੀਦ ਸਕਣ, ਅਤੇ ਮੈਲੀਆਂ ਚੁੰਨੀਆਂ ਨੂੰ ਹੀ ਭਿਉਂ ਕੇ ਲੋਆਂ ਨਾਲ ਲੂਸੇ ਚਿਹਰਿਆਂ 'ਤੇ ਫੇਰੇਂਗੇ। ਅਤੇ ਜਿਹੜਾ ਗਰਮੀਆਂ 'ਚ ਲੂ ਚਲਦੀ ਉਹਦੇ ਨਾਲ ਜਿਹੜਾ ਚਿਹਰਾ ਕਿ ਬਿਲਕੁਲ ਹੀ ਝੁਲਸ ਜਾਂਦਾ ਹੈ, ਉਹੀ ਮੈਲੀਆਂ ਚੁੰਨੀਆਂ ਨੂੰ ਪਾਣੀ 'ਚ ਭਿਉਂ ਕੇ ਆਪਣੇ ਚਿਹਰਿਆਂ 'ਤੇ ਫੇਰਿਆ ਕਰਨਗੇ। ਪਰ ਇਹ ਚਿੜੀਆਂ ਦਾ ਚੰਬਾ ਉੱਡ ਕੇ ਜਿਹੜਾ ਕਿ ਕਿਤੇ ਨਹੀਂ ਜਾਏਗਾ। ਇਹ ਆਰਥਿਕ ਮੰਦਹਾਲੀ ਗਰੀਬ ਘਰ ਦੀ ਕੁੜੀਆਂ ਦੀ ਜਿਹੜੀ ਕਿ ਦਿਖਾਈ ਗਈ ਹੈ। ਫਿਰ ਅਗਲੇ ਪੈਰੇ ਵਿੱਚ ਕਵੀ ਕਹਿ ਰਿਹਾ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਏਗਾ, ਕਿ ਇਹ ਚਿੜੀਆਂ ਦਾ ਸਮੂਹ ਉੱਡ ਕੇ ਕਿਤੇ ਨਹੀਂ ਜਾਏਗਾ। ਇੱਥੇ ਹੀ ਉਰੇ ਪਰੇ ਲੁੱਕ ਕੇ, ਕਿ ਇੱਥੇ ਹੀ ਇੱਧਰ ਉੱਧਰ ਲੁੱਕ ਕੇ ਕੱਲਮ ਕੱਲਿਆ ਰੋਇਆ ਕਰੇਗਾ। ਮਤਲਬ ਕੁੜੀਆਂ ਜਿਹੜੀਆਂ ਨੇ ਕਿ ਇੱਧਰ ਉੱਧਰ ਲੁੱਕ ਕੇ ਆਪਣੇ ਪਿਓ ਤੋਂ, ਭਰਾ ਤੋਂ, ਮਾਂ ਤੋਂ ਆਪਣੇ ਅਥਰੂ ਲੁਕਾ ਕੇ ਰੋਇਆ ਕਰਨਗੀਆਂ, ਅਤੇ ਸਰਾਪੇ ਜੋ ਬੰਦੇ ਮਰਸੀਏ ਗਾਇਆ ਕਰਨਗੇ। ਮਰਸੀਏ ਵੈਸੇ ਹੁੰਦਾ ਜਿਹੜਾ ਕਿਸੇ ਦੀ ਮੌਤ 'ਤੇ ਗਾਏ ਜਾਣ ਵਾਲੇ ਗੀਤ ਨੇ, ਕਿ ਆਪਣੇ ਸਰਾਪੇ ਜੋ ਬੰਦੇ, ਕਿਉਂਕਿ ਜਵਾਨ ਹੋ ਚੁੱਕੀਆਂ ਨੇ, ਵਿਆਹੁਣ ਜੋਗੀਆਂ ਹੋ ਚੁੱਕੀਆਂ ਨੇ, ਪਰ ਉਹਨਾਂ ਦਾ ਕਿਤੇ ਵਿਆਹ ਨਹੀਂ ਹੋ ਰਿਹਾ ਦਾਜ ਕਰਕੇ, ਗਰੀਬੀ ਕਰਕੇ, ਅਤੇ ਆਪਣੇ ਜੋਬਨ ਵਾਸਤੇ ਉਹ ਕਿ ਉਹਨਾਂ ਦਾ ਕਿਤੇ ਨਹੀਂ ਵਿਆਹ ਹੋ ਰਿਹਾ, ਇਸ ਕਰਕੇ ਉਹ ਜਿਹੜੇ ਕਿ ਦੁੱਖ ਦੇ ਗੀਤ ਨੇ ਉਹ ਗਾਇਆ ਕਰਨਗੀਆਂ। ਅਗਲੇ ਤੀਸਰੇ ਪੈਰੇ ਵਿੱਚ ਕਵੀ ਕਹਿ ਰਿਹਾ ਕਿ ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਹੀਂ ਹੋਏਗੀ, ਕਿ ਚਿੜੀਆਂ ਦੇ ਚੰਬਾ ਜਿਹੜਾ ਕੁੜੀਆਂ ਦਾ, ਗਰੀਬ ਘਰ ਦੀ ਕੁੜੀਆਂ ਦਾ ਸਮੂਹ ਹੈ ਜਿਹੜੀ ਕਿ ਆਸ ਲਾਈ ਬੈਠੀ ਕਿ ਉਹਨਾਂ ਦਾ ਕਿਤੇ ਵਿਆਹ ਹੋ ਜਾਏਗੀ, ਉਹਨਾਂ ਨੂੰ ਜ਼ਰਾ ਵੀ ਖਬਰ ਨਹੀਂ ਹੋਏਗੀ ਕਿ ਅਚਾਨਕ ਕਿਤੇ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੀ ਅਸਮਾਨ 'ਤੇ ਵਿਸ ਜਾਏਗਾ, ਅਤੇ ਲੰਮੀ ਉਡਾਰੀ 'ਤੇ ਉਸਦਾ ਸੁਪਨਾ ਉਸਦੇ ਹਰਨੋਟਿਆਂ ਨੈਣਾਂ ਤੋਂ ਭੈ ਖਾਏਗਾ। ਇਸ ਪੂਰੇ ਪੈਰੇ ਵਿੱਚ ਨਾ ਕਵੀ ਨੇ ਇਹ ਦੱਸਿਆ ਹੈ ਕਿ ਜਿਹੜੀਆਂ ਕੁੜੀਆਂ, ਗਰੀਬ ਘਰ ਦੀਆਂ ਕੁੜੀਆਂ ਆਸ ਲਾਏ ਬੈਠੀਆਂ ਸਨ ਕਿ ਉਹਨਾਂ ਦਾ ਵਿਆਹ ਹੋ ਜਾਏਗਾ, ਅਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਜਦੋਂ ਉਹਨਾਂ ਵਾਸਤੇ ਪਿਤਾ ਉਹਨਾਂ ਦਾ ਕੋਈ ਵਰ ਲੱਭ ਲਿਆਏਗਾ, ਜਾਂ ਤਾਂ ਵਡੇਰੀ ਉਮਰ ਦਾ ਲੱਭ ਲਿਆਏਗਾ, ਜਾਂ ਇਹੋ ਜਿਹੇ ਘਰ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਏਗਾ ਜਿੱਥੇ ਉਹਨਾਂ ਨੂੰ ਕਿ ਬਿਲਕੁਲ ਵੀ ਜਿਹੜੀ ਉਹਨਾਂ ਦੀ ਆਜ਼ਾਦੀ ਖਤਮ ਹੋ ਜਾਏਗੀ। ਜਿਹੜੀ ਪੇਕਿਆਂ ਦੇ ਘਰ, ਮਾਂ ਪਿਓ ਦੇ ਘਰ ਜਿਹੜੀ ਆਰਥਿਕ ਮੰਦਹਾਲੀ ਤਾਂ ਹੈਗੀ ਹੀ, ਪਰ ਲੇਕਿਨ ਆਜ਼ਾਦੀ ਪੂਰੀ ਹੀ, ਪਿਆਰ ਮਾਂ ਬਾਪ ਤੋਂ ਪੂਰਾ ਮਿਲਦਾ ਹੀ, ਅਤੇ ਉਹ ਐਸੇ ਘਰ, ਇਸ ਤਰ੍ਹਾਂ ਦੇ ਘਰ 'ਚ ਵਿਆਹ ਕੇ ਚਲੀ ਜਾਣਗੀਆਂ ਜਿੱਥੇ ਉਹਨਾਂ ਦੀ ਜਿਹੜੀ ਆਜ਼ਾਦੀ ਵੀ ਖਤਮ ਹੋ ਜਾਏਗੀ, ਜਿਹੜਾ ਥੋੜ੍ਹਾ ਬਹੁਤ ਉਹ ਸਾਹ ਲੈਂਦੀਆਂ ਹੀ ਖੁੱਲ੍ਹ ਕੇ ਉਹ ਵੀ ਉਹ ਨਹੀਂ ਲੈ ਪਾਉਣਗੇ, ਅਤੇ ਫਿਰ ਸਾਰੀ ਉਮਰ ਉਹਨਾਂ ਦੀ ਅਥਰੂਆਂ 'ਚ ਨਿਕਲੇਗੀ। ਅਗਲੇ ਪੈਰੇ 'ਚ ਕਵੀ ਕਹਿ ਰਿਹਾ ਕਿ ਚਿੜੀਆਂ ਦਾ ਚੰਬਾ ਮੁਫਤ ਹੀ ਪਰੇਸ਼ਾਨ ਹੁੰਦਾ ਹੈ, ਕਿ ਉਹ ਕੁੜੀਆਂ ਦਾ ਡਾਰ, ਕੁੜੀਆਂ ਦਾ ਸਮੂਹ, ਗਰੀਬ ਘਰ ਦੀ ਕੁੜੀ ਦਾ ਸਮੂਹ ਜਿਹੜਾ ਐਵੇਂ ਪਰੇਸ਼ਾਨ ਹੁੰਦਾ ਹੈ। ਬਾਬਲ ਤਾਂ ਡੋਲੇ ਨੂੰ ਤੋੜ ਕੇ ਉਖੜੇ ਬੂਹੇ ਨੂੰ ਇੱਟਾਂ ਲਵਾਏਗਾ, ਕਿ ਉਹਨਾਂ ਦਾ ਪਿਤਾ ਤੇ ਉਹਨਾਂ ਦੀ ਡੋਲੀ ਨੂੰ ਤੋੜ ਕੇ ਆਪਣੇ ਜਿਹੜੇ ਦਰਵਾਜ਼ੇ ਦੇ ਇੱਟਾਂ ਲਵਾਏਗਾ, ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸੇ ਵੱਡੇ ਘਰ ਵਿੱਚ, ਕਿਸੇ ਵਡੇਰੀ ਉਮਰ ਦੇ ਵਿਅਕਤੀ ਨਾਲ ਵਿਆਹ ਦਿੱਤਾ ਜਾਏ, ਉੱਥੋਂ ਥੋੜ੍ਹੇ ਬਹੁਤ ਜਿਹੜੇ ਪੈਸੇ ਮਿਲਣਗੇ, ਉਸ ਦੇ ਨਾਲ ਸ਼ਾਇਦ ਉਹ ਆਪਣੇ ਘਰ ਦੀ ਥੋੜ੍ਹੀ ਉਹਦਾ ਪਿਤਾ ਹਾਲਤ ਸੁਧਾਰੇਗਾ। ਅਤੇ ਗੁੱਡੀਆਂ ਪਾੜ ਕੇ ਪਸੀਨੇ ਨਾਲ ਗਲੇ ਹੋਏ ਕੁੜਤੇ ਉੱਤੇ ਟਾਕੀ ਲਵਾਏਗਾ, ਅਤੇ ਆਪਣੀ ਕੁੜੀਆਂ ਨੂੰ ਤੋਰ ਕੇ ਉਹਨਾਂ ਦੀ ਜਿਹੜੀਆਂ ਗੁੱਡੀਆਂ ਪਟੋਲੇ ਸੀ, ਖਿਡੌਣੇ ਸੀ, ਉਹਨਾਂ ਦੇ ਕੱਪੜੇ ਪਾੜ ਕੇ, ਆਪਣੀ ਕੁੜੀਆਂ ਦੀਆਂ ਪੁਰਾਣੀਆਂ ਜਿਹੜੀਆਂ ਚੁੰਨੀਆਂ ਨੂੰ ਹੀ ਪਾੜ ਕੇ ਆਪਣੇ ਜਿਹੜਾ ਕੁੜਤਾ ਉਸਦੇ ਪਿਤਾ ਦਾ ਫਟ ਚੁੱਕਿਆ ਗਰਮੀ ਦੇ ਪਸੀਨੇ ਕਾਰਨ, ਉਸ ਉੱਤੇ ਟਾਕੀਆਂ ਲਵਾਏਗਾ। ਜਦੋਂ ਆਪ ਹੀ ਗਲੋਟਿਆਂ 'ਚ ਉਹ ਕੱਤਿਆ ਜਾਵੇਗਾ, ਚਿੜੀਆਂ ਦੇ ਚੰਬੇ ਨੂੰ ਮੂੰਹ ਚਰਖੇ ਦਾ ਉੱਕਾ ਨਹੀਂ ਸਤਾਏਗਾ। ਇਸ ਲਾਸਟ ਲਾਈਨ ਵਿੱਚ ਕਿਹਾ ਹੈ ਕਿ ਜਦੋਂ ਕੁੜੀ ਦਾ ਜਿਹੜਾ ਜੀਵਨ ਹੈ ਹੋਰ ਦੁਖੀ ਹੋ ਜਾਏਗਾ, ਵਿਆਹ ਤੋਂ ਬਾਅਦ ਵਿੱਚ ਹੋਰ ਜ਼ਿਆਦਾ ਦੁਖੀ ਹੋ ਜਾਏਗੀ, ਤਾਂ ਉਸ ਨੂੰ ਜਿਹੜਾ ਕਿ ਪੇਕਿਆਂ ਦੀ ਯਾਦ ਬਿਲਕੁਲ ਵੀ ਜਿਹੜੀ ਨਹੀਂ ਆਏਗੀ, ਕਿਉਂਕਿ ਜਦੋਂ ਚਿੜੀਆਂ ਦਾ ਚੰਬਾ ਹੈ ਕੁੜੀਆਂ ਦਾ ਸਮੂਹ ਆਪਣੇ ਜੀਵਨ ਵਿੱਚ ਜਦੋਂ ਗਰੀਬੀ ਦੇ ਨਾਲ ਘੋਲ ਕਰਦੇ ਆ, ਬਿਲਕੁਲ ਹੀ ਵਿਚਾਰੀਆਂ ਪਿਸ ਜਾਣਗੀਆਂ, ਤਾਂ ਉਹਨਾਂ ਨੂੰ ਆਪਣੇ ਪੇਕੇ ਦਾ, ਆਪਣੇ ਚਰਖੇ ਦਾ, ਪਿਛਲੇ ਮਾਂ ਬਾਪ ਦਾ ਜਿਹੜਾ ਕਿ ਮੋਹ ਨਹੀਂ ਸਤਾਏਗਾ। ਸੋ ਇਹ ਸੀ ਕਵਿਤਾ ਚਿੜੀਆਂ ਦਾ ਚੰਬਾ, ਜੋ ਕਿ ਲਿਖੀ ਹੋਈ ਹੈ ਪਾਸ਼ ਦੀ। ਸੋ ਅਸੀਂ ਕਵਿਤਾ ਕਰ ਰਹੇ ਸੀ ਚਿੜੀਆਂ ਦਾ ਚੰਬਾ, ਜੋ ਕਿ ਲਿਖੀ ਹੋਈ ਪਾਸ਼ ਦੀ। ਉਸ ਦਾ ਲਾਸਟ ਪੈਰਾ ਜਿਹੜਾ ਕਿ ਰਹਿ ਗਿਆ, ਉਹ 'ਚ ਲਿਖਿਆ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਸੇ ਵੀ ਦੇਸ਼ ਨਹੀਂ ਜਾਏਗਾ, ਕਿ ਉਹ ਗਰੀਬ ਘਰ ਦੀ ਕੁੜੀਆਂ ਦਾ ਸਮੂਹ ਜਿਹੜਾ ਕਿ ਕਿਤੇ ਵੀ ਉੱਡ ਕੇ ਵਿਆਹ ਕੇ ਨਹੀਂ ਜਾਏਗਾ।
ਸਾਰੀ ਉਮਰ ਕੰਡ ਚਰੀਆਂ ਦੀ ਹੰਢਾਏਗਾ, ਸਾਰੀ ਉਮਰ ਕੰਡ ਚਰੀਆਂ ਦੀ ਹੰਢਾਏਗਾ ਮਤਲਬ ਕਿ ਸਾਰੀ ਉਮਰ ਜਿਹੜਾ ਕਿ ਉਹ ਮਜ਼ਦੂਰੀ ਕਰਦੇ ਰਹਿਣਗੇ, ਪਿੰਡਾਂ ਖੇਤਾਂ ਵਿੱਚ ਮਜ਼ਦੂਰੀ ਕਰਨਗੀਆਂ। ਤੇ ਚਿੱਟੀ ਚਾਦਰ ਤੇ ਲੱਗਿਆ ਉਸ ਦਾ ਮਾਂਹਵਾਰੀ ਦਾ ਖੂਨ ਉਸ ਦਾ ਮੂੰਹ ਚੜਾਏਗਾ, ਕਿ ਉਸ ਤੋਂ ਜਦੋਂ ਕਿ ਉਹ ਜਵਾਨ ਹੋ ਜਾਏਗੀ ਤਾਂ ਉਸ ਨੂੰ ਲੱਗੇਗਾ ਕਿ ਉਹ ਹੁਣ ਜਵਾਨ ਹੋ ਚੁੱਕੀ ਹੈ, ਪਰ ਉਸ ਦਾ ਜਿਹੜਾ ਕਿ ਵਿਆਹ ਕਿਤੇ ਨਹੀਂ ਹੋ ਰਿਹਾ, ਗਰੀਬੀ ਕਰਕੇ ਨਹੀਂ ਹੋ ਰਿਹਾ, ਤੇ ਉਹ ਗਰੀਬੀ ਨਾਲ ਮਿਹਨਤ ਮੁਸ਼ੱਕਤ ਕਰਦਿਆਂ ਹੀ ਉਸਦੀ ਜਿਹੜੀ ਕਿ ਸਾਰੀ ਉਮਰ ਨਿਕਲ ਜਾਏਗੀ। ਸੋ ਇਹ ਸੀ ਕਵਿਤਾ ਚਿੜੀਆਂ ਦਾ ਚੰਬਾ ਪਾਸ਼ ਦੀ। ਉਮੀਦ ਕਰ ਰਹੀ ਹਾਂ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਹੈ ਕਮੈਂਟ ਬਾਕਸ ਵਿੱਚ ਲਿਖ ਦਿਓ, ਉਸ ਨੂੰ ਦੁਬਾਰਾ ਕਰਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀ ਆ ਕਰਾਂਗੀ। ਔਰ ਇੱਕ ਇਹਦਾ ਕੁਐਸਚਨ ਇੰਪੋਰਟੈਂਟ ਹੈ ਕਿ ਚਿੜੀਆਂ ਦਾ ਚੰਬਾ ਕਵਿਤਾ ਦਾ ਕੇਂਦਰੀ ਭਾਵ ਕੀ ਹੈ। ਚਿੜੀਆਂ ਦਾ ਚੰਬਾ ਦਾ ਕੇਂਦਰੀ ਭਾਵ ਹੈ ਇਹੀ ਹੈ ਕਿ ਗਰੀਬ ਘਰ ਦੀ ਕੁੜੀਆਂ ਦੇ ਵਿਆਹ ਪਿੱਛੋਂ ਵੀ ਜੀਵਨ ਵਿੱਚ ਜਿਹੜੀ ਕਿ ਕੋਈ ਤਬਦੀਲੀ ਨਹੀਂ ਆਏਗੀ, ਸਗੋਂ ਉਸੇ ਤਰ੍ਹਾਂ ਹੀ ਉਹ ਗਰੀਬੀ ਤੇ ਵਿੱਚ ਮਿਹਨਤ ਮੁਸ਼ੱਕਤ ਕਰਦੇ ਆਪਣਾ ਜਿਹੜਾ ਕਿ ਜੀਵਨ ਬਿਤਾ ਦੇਣਗੀਆਂ। ਔਰ ਚਿੜੀਆਂ ਦਾ ਚੰਬਾ ਜਿਹੜਾ ਹੈ ਕਿਸ ਚੀਜ਼ ਦਾ ਪ੍ਰਤੀਕ ਹੈ ਜਾਂ ਚਿੰਨ੍ਹ ਹੈ, ਕੁੜੀਆਂ ਦਾ ਚਿੰਨ੍ਹ ਹੈ। ਕੀ ਮਰਿਆ ਹੈ ਜਿਸ ਦਾ ਸੋਗ ਕੁੜੀ ਨੂੰ ਹੈ, ਕੁਐਸਚਨ ਹੈ ਕਿ ਕੀ ਮਰ ਗਿਆ ਜਿਸ ਦਾ ਕਿ ਦੁੱਖ ਜਿਹੜਾ ਕਿ ਲੜਕੀ ਨੂੰ ਹੈ, ਉਸਦੀ ਜਵਾਨੀ ਜਿਹੜੀ ਕਿ ਗੁਜ਼ਰਦੀ ਜਾ ਰਹੀ ਪਰ ਉਸਦਾ ਜਿਹੜਾ ਵਿਆਹ ਨਹੀਂ ਹੋ ਰਿਹਾ। ਸੋ ਇਹ ਕਵਿਤਾ ਸੀ ਚਿੜੀਆਂ ਦਾ ਚੰਬਾ।